ਕਪਿਲ ਜਿਵੇਂ ਤੁਸੀਂ ਅਕਸਰ ਗੱਲਾਂ ਕਰਦੇ ਵੀ ਤੁਸੀਂ ਕਰਦੇ ਹੁੰਦੇ ਹੋ ਆਪਣੇ ਬਚਪਨ ਦੀਆਂ ਕਿ ਤੁਸੀਂ ਬਹੁਤ ਸਟਰਗਲ ਕੀਤਾ ਹੈ। ਇੱਕ ਪਰਫੈਕਟ ਐਗਜ਼ਾਮਪਲ ਹੈ ਫਰਮ ਫਰਸ਼ ਟੂ ਅਰਸ਼ ਕਪਿਲ ਸ਼ਰਮਾ। ਪਿਛਲੀ ਵਾਰੀ ਪੰਜਾਬ ਆਇਆ ਨਾ ਤੇ ਸੜਕ ਕਿਨਾਰੇ ਇੱਕ ਲੇਡੀ ਸੀਗੀ, ਹੋਣੀ ਹੈ ਕੋਈ 50 ਕੁ ਸਾਲ ਦੀ ਲੇਡੀ ਹੋਣੀ ਹੈ, ਔਰ ਗੰਨੇ ਦਾ ਜੂਸ ਕੱਢ ਰਹੀ ਸੀਗੀ ਉਹ। ਤੇ ਮੈਂ ਦੇਖਿਆ ਤੇ ਉਹਦਾ ਨਿੱਕਾ ਬੱਚਾ ਸੀਗਾ, ਇੱਕ ਨਿੱਕਾ ਮਤਲਬ 6-7-8 ਸਾਲ ਦਾ ਹੋਏਗਾ, ਜਿੰਨਾ ਦਾ ਵੀ ਹੋਏਗਾ, ਤੇ ਉਹ ਨਾਲ ਗੰਨੇ ਪਾ ਰਿਹਾ ਸੀ ਮਸ਼ੀਨ 'ਚ। ਮੈਨੂੰ ਇੰਨੇ ਕਿਊਟ ਲੱਗੇ ਨਾ, ਮਾਂ ਪੁੱਤ ਦੋਵੇਂ ਜੂਸ ਕੱਢਦੇ ਪਏ ਤੇ ਮੈਂ ਉੱਥੇ ਰੁਕ ਕੇ ਉਹਨਾਂ ਨੇ ਪਰੇਸ਼ਾਨੇ ਵੀ ਨਹੀਂ, ਟੀਵੀ ਵੀ ਨਹੀਂ ਵੇਖਦੇ ਹੋਣੇ ਹਨਾ। ਮੈਂ ਬੜੀ ਵਾਰੀ ਦੇਖਦਾ ਕਈ ਬਜ਼ੁਰਗ ਸਾਡੇ ਸਪੈਸ਼ਲੀ ਇਹ ਛੋਟੇ ਸ਼ਹਿਰਾਂ ਦੇ ਵਿੱਚ ਹੱਥ ਰਕਸ਼ਾ ਜਿਹੜਾ ਚਲਾਉਂਦੇ ਆ, ਕਈ ਮੈਂ ਦੇਖਦਾ ਵਾਂ ਚਿੱਟੀ ਦਾੜੀ ਵਾਲੇ ਜਿਨ੍ਹਾਂ ਨੂੰ ਸ਼ਾਇਦ ਲੱਗਦਾ ਕਿ ਯਾਰ ਇੱਕ ਨੌਕਰੀ ਸਰਕਾਰੀ ਨੌਕਰੀ ਤੇ ਹੁੰਦੇ ਤੇ ਸ਼ਾਇਦ ਰਿਟਾਇਰਮੈਂਟ ਦੀ ਉਮਰ ਹੋਣੀ ਸੀਗੀ। ਸੋ ਮੇਰਾ ਦਿਲ ਵੀ ਬੜਾ ਦੁਖਦਾ। ਤਾਂ ਤੁਹਾਨੂੰ ਕੋਈ ਮੈਮਰੀ ਯਾਦ ਆ ਆਪਣੇ ਬਚਪਨ ਦੀ, ਤੁਹਾਡੇ ਪੇਰੈਂਟਸ ਨਾਲ ਉਦੋਂ ਇਦਾਂ ਦੀ ਕੋਈ ਗੱਲ ਹੋਈ ਹੋਵੇ ਜਾਂ ਕੋਈ ਰਿਵਾਈਵ ਹੋਈ ਹੋਵੇ ਮੈਮਰੀ ਸ਼ੂਟ ਦੇ ਦੌਰਾਨ? ਮੇਰੇ ਫਾਦਰ ਪੁਲਿਸ ਸੀਗੇ ਤੇ ਮੈਂ ਤੇ ਮੇਰੀ ਲਾਈਫ ਦੇ ਵਿੱਚ ਮੇਰੇ ਫਾਦਰ ਦਾ ਜੋ ਇੰਪੈਕਟ ਹੈ ਜਾਂ ਉਹਨਾਂ ਦੀ ਜੌਬ ਦਾ ਜੋ ਇੰਪੈਕਟ ਹੈ ਉਹ ਇਹ ਹੈ ਕਿ ਪੁਲਿਸ ਦੇ ਵਿੱਚ ਕਦੀ ਵੀ ਆਫੀਸ਼ੀਅਲ ਛੁੱਟੀ ਨਹੀਂ ਹੁੰਦੀ ਵੀ। ਤੇ ਮੈਂ ਮੇਰੇ ਡੈਡੀ ਨੂੰ ਕਦੀ ਸੰਡੇ ਨਹੀਂ ਵੇਖਿਆ ਵੀ ਘਰ ਬੈਠੇ ਹੋਣ ਜਾਂ ਹਨਾ, ਤੇ ਜਾਂ ਫਿਰ ਕਦੀ ਕਿਤੇ ਅਸੀਂ ਫੈਮਿਲੀ ਡਿਨਰ ਤੇ ਗਏ ਹੋਈਏ ਕੋਈ ਇਦਾਂ ਦਾ। ਜਦੋਂ ਮੈਂ ਆਪਣੀ ਵਾਈਫ ਨੂੰ ਉਹਨਾਂ ਮਿਲਿਆ ਤੇ ਉਹਨੇ ਮੈਨੂੰ ਪੁੱਛਿਆ ਵੀ ਤੁਸੀਂ ਫੈਮਿਲੀ ਡਿਨਰ ਤੇ ਨਹੀਂ ਜਾਂਦੇ? ਮੈਂ ਕਿਹਾ ਉਹ ਕੀ ਹੁੰਦਾ, ਘਰ ਬਣਿਆ ਤੇ ਹੋਇਆ ਵਾ। ਮੈਂ ਮੇਰੇ ਫਾਦਰ ਕੋਲ ਇੱਕੋ ਹੀ ਚੀਜ਼ ਸਿੱਖੀ ਹੈ, ਕੰਮ ਕਰਦੇ ਰਹੋ, ਮਿਹਨਤ ਕਰਦੇ ਰਹੋ। ਸੋ ਅਸੀਂ ਬੜੇ ਬਲੈਸਡ ਹਾਂ ਕਿ ਅਸੀਂ ਜੋ ਕੰਮ ਕਰ ਰਹੇ ਹਾਂ ਉਹ ਸਾਡਾ ਸ਼ੌਕ ਵੀ ਹੈ। ਸੀਰੀਅਸ ਰੋਲ ਕਰਤੇ ਕਰਤੇ ਉਹਨੇ ਹਸਾਇਆ ਕਿੰਨੀ ਵਾਰੀ ਹੈ जी। ਇਹਨਾਂ ਦਾ ਹਾਸੇ वाला ऑर्गन ठीक है। एक बार हुआ था कुछ घर वाले सीन में, हाँ हम हंस रहे थे किसी एक पॉइंट पे, एक बार लाफिंग फिट एक बार हो गया। जब आपको पता ना कि आपने नहीं हंसना है, हाँ, और वो फिर नहीं रुकता। ਕਪਿਲ ਇਹ ਦੱਸੋ ਕਿ ਇਹ ਚੈਲੰਜ ਆਪਣੇ ਆਪ ਲਈ ਸੀ ਸੀਰੀਅਸ ਰੋਲ ਕਰਨਾ ਕਿ ਆਡੀਅנס ਲਈ ਸੀ? ਆਰਟਿਸਟ ਨੂੰ ਵੀ ਭੁੱਖ ਤੇ ਹੁੰਦੀ ਹੈ ਕਿ ਯਾਰ ਕੁਝ ਅੱਛਾ ਕਰਨ ਨੂੰ ਮਿਲੇ। ਕਮੈਂਟ ਵੀ ਕਰ ਰਹੇ ਕਿ ਅੱਛਾ ਕਪਿਲ ਇੰਨਾ ਸੀਰੀਅਸ, ਤੇ ਮੈਂ ਕਿਹਾ ਨਹੀਂ, ਮਤਲਬ ਸੀਰੀਅਸ ਵੀ ਹੁੰਦੇ ਅਸੀਂ, ਸਾਰੇ ਮੂਡ ਹੁੰਦੇ ਨਾ ਇਨਸਾਨ ਦੇ। ਸੋ ਕਪਿਲ ਅਸੀਂ ਦੇਖਿਆ ਕਿ ਵੀਡੀਓਜ਼ ਵੀ ਕਾਫੀ ਵਾਇਰਲ ਹੁੰਦੀਆਂ ਡਿਲੀਵਰੀ ਬॉयਜ਼ ਦੀਆਂ। ਇੱਕ ਕਾਫੀ ਚਰਚਾ 'ਚ ਰਹੀ ਸੀ ਜਿਹਦੇ ਵਿੱਚ ਉਹਨੂੰ ਅਬਿਊਜ਼ ਕੀਤਾ ਜਾਂਦਾ ਹੈ, ਰੂਡਲੀ ਲੋਕੀ ਬੋਲਦੇ ਆ, ਇੱਥੇ ਤੱਕ ਕਿ ਉਹਦੇ ਤੇ ਰੋਂਗ ਐਲੀਗੇਸ਼ਨਸ ਲੱਗ ਗਏ ਸੀ ਕਿ ਉਹਨੇ ਕਸਟਮਰ ਨਾਲ ਹੱਥਾਪਾਈ ਕੀਤੀ ਹੈ। ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ? ਅਸੀਂ ਨਾ ਵਾਕਈ ਜਿੱਦਾਂ ਮੈਡਮ ਨੇ ਕਿਹਾ ਬੜੇ ਇਨਸੈਂਸਿਟਿਵ ਹੋਏ ਨੇ। ਅਸੀਂ ਭੁੱਲ ਜਾਂਦੇ ਹਾਂ ਕਿ ਉਹ ਸਾਰਾ ਦਿਨ ਇਹ ਕੰਮ ਕਰਦਾ, ਉਹਦਾ ਵੀ ਪਰਿਵਾਰ ਹੈ, ਉਹਦੇ ਵੀ ਬੱਚੇ ਆ। ਇੱਕ ਸੈਂਸ ਆਫ ਪ੍ਰਾਈਡ ਉਹਨੂੰ ਵੀ ਹੋਣਾ ਚਾਹੀਦਾ ਕਿ ਮੈਂ ਆਪਣਾ ਪਰ ਸਾਡੀ ਨਜ਼ਰ 'ਚ ਹਰ ਉਹ ਬੰਦਾ ਹੀਰੋ ਹੈ ਜਿਹੜਾ ਆਪਣਾ ਪਰਿਵਾਰ ਪਾਲ ਲਿਆ। ਸਾਡੇ ਕੋਲ ਰੱਬ ਦੀ ਮਿਹਰ ਹੈ, ਥੋੜੀ ਲਗਜ਼ਰੀ ਮਿਲ ਗਈ ਸਾਨੂੰ, ਜ਼ਰੂਰਤ ਤੋਂ ਵੱਧ ਮਿਲ ਗਈਆਂ ਚੀਜ਼ਾਂ, ਅਸੀਂ ਆਪਣਾ ਪਰਿਵਾਰ ਪਾਲ ਰਹੇ ਹਾਂ ਤੇ ਕੋਈ ਸਾਡੇ ਲਈ ਇੰਨੀ ਔਖੀ ਗੱਲ ਨਹੀਂ ਹੈ। ਪਰ ਜਿਹੜਾ ਬੰਦਾ ਬੜਾ ਹੀ ਹਾਰਡ ਵਰਕ ਕਰਕੇ ਕਰ ਰਿਹਾ। बचपन से ही ये जो हम बोलते हैं जो हायरार्की एक है या भेदभाव जो है, इससे मुझे हमेशा दिक्कत हुई है। चाहे वो औरतों आदमियों में हो, कास्ट में हो, रिलीजन में हो, या फिर इस तरह की चीज़ें कि जानवरों इंसानों में हो, हर तरह के उस तरह के अजीब भेदभाव जो होते हैं, मुझे उससे हमेशा एक इरिटेशन रही है। और सबसे बुरी चीज़ मुझे ये लगती है कि लिफ्ट में भी आप देखो, जब आप बोलते हैं ना अलग अलग लिफ्ट, आपको चौकीदारी आपको बोल रहे हैं कि नहीं वो लिफ्ट अब मत लीजिए, वो सर्विस लिफ्ट है। मैंने कहा क्यों आपने ऐसे फ़र्क किया है? वो बोल रहे हैं हमने थोड़ी किया फ़र्क, लेकिन लगाया आपने किसी और को बोलने के लिए कि ये लिफ्ट नहीं इस्तेमाल कर सकते, आपको दूसरे वाले लिफ्ट में जाना चाहिए जिसमें मालकिन मालिक सब जाते हैं। तो ये मुझे हमेशा इस चीज़ से बहुत चिढ़ मची है। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਤਾਨਿਆ ਤੇ ਮੇਰੇ ਨਾਲ ਹੈ ਸਟਾਰ ਕਾਸਟ ਆਫ ਦ ਮੂਵੀਜ਼ ਵਿਕੈਟੋ। ਸਾਡੇ ਨਾਲ ਨੇ ਕਪਿਲ ਸ਼ਰਮਾ, ਸ਼ਹਾਨਾ ਗੋਸਵਾਮੀ ਐਂਡ ਨੰਦਿਤਾ ਦਾਸ। ਤੁਹਾਡਾ ਵੈਲਕਮ ਹੈ ਜੀ ਦੈਨਿਕ ਸਵੇਰਾ ਟੀਵੀ ਤੇ। ਥੈਂਕ ਯੂ ਸੋ ਮਚ। ਸੋ ਸਭ ਤੋਂ ਪਹਿਲਾਂ ਤਾਂ ਕਪਿਲ ਇਹ ਦੱਸੋ ਕਿ ਇਹ ਚੈਲੰਜ ਆਪਣੇ ਆਪ ਲਈ ਸੀ ਸੀਰੀਅਸ ਰੋਲ ਕਰਨਾ ਕਿ ਆਡੀਅנס ਲਈ ਸੀ? ਨਹੀਂ, ਕਿਸੇ ਨੂੰ ਵੀ ਚੈਲੰਜ ਤੇ ਨਹੀਂ ਦੇਣਾ, ਨਾ ਆਡੀਅנס ਨੂੰ ਨਾ ਆਪਣੇ ਆਪ ਨੂੰ। ਬਟ ਹਾਂ, ਕੋਈ ਚੰਗੀ ਚੀਜ਼ ਮੈਨੂੰ ਲੱਗਦਾ ਕਿ ਤੁਹਾਨੂੰ ਅਗਰ ਓਪਰਚੁਨਿਟੀ ਮਿਲੇ ਤੇ ਜ਼ਰੂਰ ਕਰਨੀ ਚਾਹੀਦੀ ਹੈ। ਟੀਵੀ ਤੇ ਅਸੀਂ, ਤੁਸੀਂ ਸਾਰੇ ਜਾਣਦੇ ਹੋ, ਟੀਵੀ ਤੇ ਅਸੀਂ ਕਾਮੇਡੀ ਸ਼ੋਅ ਕਰਦੇ ਹਾਂ, ਔਰ ਇੱਕ ਆਰਟਿਸਟ ਨੂੰ ਵੀ ਇੱਕ ਭੁੱਖ ਤੇ ਹੁੰਦੀ ਹੈ ਕਿ ਯਾਰ ਕੁਝ ਅੱਛਾ ਕਰਨ ਨੂੰ ਮਿਲੇ। ਸੋ ਇਹ ਜਦੋਂ ਮੈਨੂੰ ਕਹਾਣੀ ਸੁਣਾਈ ਨੰਦਿਤਾ ਮੈਮ ਨੇ, ਤੇ ਕਹਾਣੀ ਬੜੀ ਮਜ਼ੇਦਾਰ ਹੈ, ਕਹਾਣੀ ਅਲੱਗ ਹੈ, ਸਾਡੀ ਕਹਾਣੀ ਹੈ, ਸਾਡੇ ਲੋਕਾਂ ਦੀ ਕਹਾਣੀ ਹੈ। ਸੋ ਮੈਨੂੰ ਲੱਗਾ ਕਿ ਯਾਰ ਇਹ ਲਾਈਫ ਟਾਈਮ ਓਪਰਚੁਨਿਟੀ ਹੈ, ਜ਼ਰੂਰ ਕਰਨੀ ਚਾਹੀਦੀ ਹੈ। ਬਾਕੀ ਹਾਂ, ਬੜੇ ਲੋਕ ਕਮੈਂਟ ਵੀ ਕਰ ਰਹੇ ਕਿ ਅੱਛਾ ਕਪਿਲ ਇੰਨਾ ਸੀਰੀਅਸ,
ਤੇ ਮੈਂ ਕਿਹਾ ਨਹੀਂ ਮਤਲਬ ਸੀਰੀਅਸ ਵੀ ਹੁੰਨੇ ਅਸੀਂ ਸਾਰੇ ਮੂਡ ਹੁੰਦੇ ਨਾ ਇਨਸਾਨ ਦੇ। ਸੋ ਮਜ਼ਾ ਆਇਆ ਕਰਕੇ ਸਟੋਰੀ, ਔਰ ਬੜੀ ਇੱਕ ਆਮ ਆਦਮੀ ਦੀ ਕਹਾਣੀ ਹੈ, ਆਮ ਆਦਮੀ ਦੀ ਲਾਈਫ 'ਚ ਇੱਕ 4 ਦਿਨ ਦੀ ਸਟੋਰੀ ਹੈ ਕਿ 4 ਦਿਨ ਦੇ ਵਿੱਚ ਕੀ ਕੀ ਹੁੰਦਾ ਇੱਕ ਬੰਦੇ ਨਾਲ। ਸੋ ਜਿਸ ਤਰ੍ਹਾਂ ਸਾਡੀ ਸਾਰਿਆਂ ਦੀ ਲਾਈਫ ਹੁੰਦੀ ਹੈ, ਥੋੜਾ ਜਿਹਾ ਕਿਤੇ ਤੁਸੀਂ ਹੱਸੋਗੇ ਵੀ, ਥੋੜਾ ਜਿਹਾ ਇਮੋਸ਼ਨਲ ਵੀ ਹੋਵੋਗੇ, ਕਿਤੇ ਸਾਰੇ मूड ने बेसिकली। सो शहाना तुसी दसो, आप बताओ ताना हिंदी चल कर आप बताओ कि जब आपको ये रोल ऑफर हुआ तो आपने इसके लिए हाँ क्यों की थी? ज़ाहिर सी बात है, मैं नंदिता की बहुत बड़ी फ़ैन हूँ। उनके फिल्मों में जिन्होंने उन्होंने एक्ट किया है उनकी फ़ैन हूँ, प्लस उनकी जो डायरेक्टोरियल डेब्यू थी फिराक, उसमें भी मुझे इनके साथ काम करने का मौका मिला था। सो जब भी ये कुछ करेंगी आई डेफिनेटली वुड लाइक टू बी अ पार्ट ऑफ इट। तो जब इन्होंने मुझे ऑफ़र किया, प्लस उसके बाद जो कहानी है उसमें इतनी सादगी है, एक सिंप्लिसिटी है, और तब भी एक गहराई है, वो दिल को छू जाती है। तो बहुत ही ऑब्वियस सी बात थी, एंड मेरे लिए भी ये बहुत इंटरेस्टिंग था कि कपिल के साथ काम करने को मिलेगा। एंड अनयूजुअल कास्टिंग है। लोग, मुझे हमेशा अच्छा लगता है जब लोग थोड़ा हट के सोचते हैं, और नंदिता में वो था कि उन्होंने उनके जो इमेज है उससे आगे बढ़ के थोड़ा कुछ देखा, कुछ सोचा। तो दैट वाज आल्सो डेफिनेटली अ पुल। सो नंदिता, जब आपने ये स्टोरी लिखी या जब आपके माइंड में आया ये कॉन्सेप्ट, तो ऐसी कौन सी चीज़ थी जो आपको क्लिक की थी कि इसी कॉन्सेप्ट पे मूवी बननी चाहिए? ये कोविड के दौरान लिखी गई थी, और उस समय हम लोग घर में, मतलब एक तरह से हम कहते थे कि स्टे होम स्टे सेफ, और बाहर और इतने सारे लोग थे जो बहुत ही वल्नरेबल थे, जिनको घर वापस नहीं जा पा रहे थे, अपने गांव नहीं जा पा रहे थे, काम बिल्कुल रुक गया था। और उस दौरान ये डिलीवरी वाले एक तरह से इन लोगों ने हमें बचाया है, घर पे चीज़ें पहुंचाई है, खाना पहुंचाया है। तो मैं सोचती थी कि कैसी होगी इन लोगों की ज़िंदगी, और ये कोई ट्रेडिशनल काम की जगह भी नहीं है जहाँ पर आपके को वर्कर्स होते हैं, बातचीत होती है, आप अपने आप अकेले हो, बस आपकी बाइक है और आपका फ़ोन है। तो और ना हम उनके नाम जानते हैं, ना उनके बारे में कुछ जानते हैं, और वो लोग जब रेटिंग कहते हैं कि प्लीज़ हमें ज़रा 5 स्टार दे दीजिएगा, तो कई बार हम लोग उखड़ भी जाते हैं कि क्या यार, अभी तो खाना भी नहीं खाया और आपको अपनी 5 स्टार की पड़ी है। तो हम कहीं ना कहीं इंसेंसिटिव हो गए हैं, हमारे ही इर्द गिर्द, हमारे ही दुनिया के जो आम लोग हैं उनकी ज़िंदगियों के बारे में हमें कुछ पता ही नहीं। तो मुझे लगा कि इंटरेस्टिंग होगा अगर मैं थोड़ा सा रिसर्च करूँ इस पर और जानूँ। और जब मैं रिसर्च करती गई तो इतनी सारी चीज़ें, इतनी सारी कहानियाँ निकलती गई कि लगा कि हाँ, शायद इस पर एक फ़िल्म बननी चाहिए जो हमारे दौर की, और सिर्फ इंडिया के लिए नहीं, पूरी दुनिया में ये जो गिग इकॉनमी, जो एक नया फॉर्म ऑफ एम्प्लॉयमेंट है, जिसमें अच्छाई भी है, उसकी अपनी चैलेंजेस भी हैं, तो इसके बारे में फिल्म बनानी चाहिए। सो कपिल, ਅਸੀਂ ਦੇਖਿਆ ਕਿ ਵੀਡੀਓਜ਼ ਵੀ ਕਾਫੀ ਵਾਇਰਲ ਹੁੰਦੀਆਂ ਡਿਲੀਵਰੀ ਬॉयਜ਼ ਦੀਆਂ। ਇੱਕ ਕਾਫੀ ਚਰਚਾ ਚ ਰਹੀ ਸੀ ਜਿਹਦੇ ਵਿੱਚ ਉਹਨੂੰ ਅਬਿਊਜ਼ ਕੀਤਾ ਜਾਂਦਾ ਹੈ, ਰੂਡਲੀ ਲੋਕੀ ਬੋਲਦੇ ਆ, ਇੱਥੇ ਤੱਕ ਕਿ ਉਹਦੇ ਤੇ ਰੋਂਗ ਐਲੀਗੇਸ਼ਨਸ ਲੱਗ ਗਏ ਸੀ ਕਿ ਉਹਨੇ ਕਸਟਮਰ ਨਾਲ ਹੱਥਾਪਾਈ ਕੀਤੀ ਹੈ। ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਇਨਸਾਨ ਹਰ ਜਗ੍ਹਾ ਹਰ ਤਰ੍ਹਾਂ ਦੇ ਹੁੰਦੇ ਆ। ਸੋ ਹਰ ਇੱਕ ਬੰਦੇ ਦੀਆਂ ਕੁਛ ਨਾ ਕੁਛ, ਤੁਸੀਂ ਕਿਸੇ ਵੀ ਡਿਪਾਰਟਮੈਂਟ 'ਚ ਲੈ ਲਓ, ਤੁਸੀਂ ਕਿਸੇ ਵੀ ਤਰ੍ਹਾਂ ਦਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਡਿਲੀਵਰੀ ਬॉय ਦੀ ਇੱਕ ਜੇ ਕੋਈ ਵੀਡੀਓ ਆਈ ਤੇ ਸਾਰੇ ਗਲਤ ਹੋਣਗੇ। ਮੈਨੂੰ ਉਸ ਵੀਡੀਓ ਬਾਰੇ ਨਹੀਂ ਪਾਰਟਿਕੂਲਰ ਪਤਾ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ, ਪਰ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਕੋਈ ਵੀ, ਔਰ ਇਟਸ ਨਾਟ ਅਬਾਊਟ ਡਿਲੀਵਰੀ ਬॉय ਓਨਲੀ। ਆਪਾਂ ਜਿਹੜੀ ਇਹ ਕਹਾਣੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ, ਇਹ ਸਾਡੇ ਸਾਰੇ ਆਸ-ਪਾਸ ਕਿੰਨੇ ਲੋਕ ਹੁੰਦੇ ਨੇ। ਫੋਰ ਐਗਜ਼ਾਮਪਲ, ਅੱਜ ਅਸੀਂ ਹੋਟਲ 'ਚ ਬੈਠੇ ਹਾਂ, ਕੋਈ ਸਰਵਿਸ ਕਰਨ ਆਉਂਦਾ, ਸਾਨੂੰ ਲੱਗਦਾ ਕਿ ਅੱਛਾ ਇਹਨੇ ਸਰਵਿਸ ਕਰਤਾ, ਇਹਦੀ ਤੇ ਜੌਬ ਹੈ, ਇਹਨੇ ਤੇ ਕਰਨਾ ਹੀ ਆ। ਅਸੀਂ ਨਾ ਵਾਕਈ ਜਿੱਦਾਂ ਮੈਡਮ ਨੇ ਕਿਹਾ, ਬੜੇ ਇਨਸੈਂਸਿਟਿਵ ਹੋਏ ਨੇ। ਅਸੀਂ ਭੁੱਲ ਜਾਂਦੇ ਹਾਂ ਕਿ ਉਹ ਸਾਰਾ ਦਿਨ ਇਹ ਕੰਮ ਕਰਦਾ, ਉਹਦਾ ਵੀ ਪਰਿਵਾਰ ਹੈ, ਉਹਦੇ ਵੀ ਬੱਚੇ ਆ। ਇੱਕ ਸੈਂਸ ਆਫ ਪ੍ਰਾਈਡ ਉਹਨੂੰ ਵੀ ਹੋਣਾ ਚਾਹੀਦਾ ਕਿ ਮੈਂ ਆਪਣਾ ਔਰ ਸਾਡੀ ਨਜ਼ਰ 'ਚ ਹਰ ਉਹ ਬੰਦਾ ਹੀਰੋ ਹੈ ਜਿਹੜਾ ਆਪਣਾ ਪਰਿਵਾਰ ਪਾਲ ਲਿਆ। ਸਾਡੇ ਕੋਲ ਅੱਜ ਰੱਬ ਦੀ ਮਿਹਰ ਹੈ, ਥੋੜੀ ਲਗਜ਼ਰੀ ਮਿਲ ਗਈ, ਸਾਨੂੰ ਜ਼ਰੂਰਤ ਤੋਂ ਵੱਧ ਮਿਲ ਗਈਆਂ ਚੀਜ਼ਾਂ, ਅਸੀਂ ਆਪਣਾ ਪਰਿਵਾਰ ਪਾਲ ਰਹੇ ਹਾਂ, ਤੇ ਕੋਈ ਸਾਡੇ ਲਈ ਇੰਨੀ ਔਖੀ ਗੱਲ ਨਹੀਂ ਹੈ। ਪਰ ਜਿਹੜਾ ਬੰਦਾ ਬੜਾ ਹੀ ਹਾਰਡ ਵਰਕ ਕਰਕੇ ਕਰ ਰਿਹਾ, ਸੋ ਜਿੱਦਾਂ ਤੁਸੀਂ ਵੀਡੀਓ ਦੀ ਗੱਲ ਕੀਤੀ, ਮੈਨੂੰ ਕੱਲ ਕਿਸੇ ਨੇ ਟਵਿੱਟਰ ਤੇ ਇੱਕ ਵੀਡੀਓ ਭੇਜੀ, ਸਾਈਕਲ ਤੇ ਡਿਲੀਵਰੀ ਕਰ ਰਿਹਾ, ਕਿਉਂਕਿ ਕਈ ਮੋਟਰਸਾਈਕਲ ਤੇ ਕਰਦੇ ਜਿਹਦੇ ਕੋਲ ਜੋ ਮਿਲ ਜਾਏ। ਸੋ 40 ਕੇ 42 ਡਿਗਰੀ ਟੈਂਪਰੇਚਰ ਹੋਣਾ ਉਸ ਸਟੇਟ ਦਾ, ਜਿੱਥੇ ਉਹਨਾਂ ਨੇ ਉੱਥੇ ਮੈਂਸ਼ਨ ਕੀਤਾ ਹੋਇਆ ਸੀਗਾ, ਤੇ ਬੜੀ ਤੇਜ਼ ਸਾਈਕਲ ਚਲਾ ਰਿਹਾ, ਤੇ ਕੋਈ ਬੰਦਾ ਲਾਗੂ ਜਾ ਰਿਹਾ ਸੀ, ਉਹਨਾਂ ਦੀ ਵੀਡੀਓ ਬਣਾਈ, ਤੇ ਉਹਨਾਂ ਨੇ ਮੈਨੂੰ ਟੈਗ ਕੀਤਾ, ਮੇਬੀ ਬਿਕੋਜ਼ ਆਫ ਉਹਨਾਂ ਨੂੰ ਲੱਗਾ ਹੋਣਾ ਇਸ ਤਰ੍ਹਾਂ ਦੀ ਕੋਈ ਫਿਲਮ ਕਰ ਰਿਹਾ। ਪਰ ਵੇਖ ਕੇ ਮੈਨੂੰ ਬੜੀ ਮਨ 'ਚ ਰਿਸਪੈਕਟ ਆਉਂਦੀ ਇਹਨਾਂ ਲੋਕਾਂ ਲਈ ਕਿ ਯਾਰ ਮਿਹਨਤ ਕਰ ਰਹੇ ਨੇ, ਉਹ ਐਟਲੀਸਟ ਕੋਈ ਚੋਰੀ ਚਕਾਰੀ ਤੇ ਨਹੀਂ ਕਰ ਰਹੇ, ਮਿਹਨਤ ਕਰਕੇ ਆਪਣਾ ਪਰਿਵਾਰ ਪਾਲ ਰਿਹਾ। ਸੋ ਉਹ ਸਾਰੇ ਲੋਕਾਂ ਨੂੰ ਐਕਨੋਲੇਜ ਕੀਤਾ ਜਾਵੇ, ਉਹਨਾਂ ਨੂੰ ਉਹਨਾਂ ਦੀ ਜਿਹੜੀ ਰਿਸਪੈਕਟ ਡਿਜ਼ਰਵ ਕਰਦੇ ਹੋ ਮਿਲੇ। ਸੋ ਆਈ ਹੋਪ ਇਸ ਫਿਲਮ ਤੋਂ ਬਾਅਦ ਕੁਛ ਥੋੜਾ ਜਿਹਾ, ਜੇ ਇੱਕ ਬੰਦਾ ਵੀ ਬਦਲ ਗਿਆ ਤੇ आई थिंक बहुत है। बहुत छोटी छोटी चीज़ें हैं, जैसे कि नंगे पाँव जा रहे हैं, कपिल जी डिलीवरी कर रहे हैं, है ना, वहाँ पे लिखा डू नॉट यूज़ लिफ्ट, है ना। तो ऐसी चीज़ों को आप कैसे देखते हो? जैसे डेली रूटीन में भी बहुत छोटी छोटी चीज़ें हमारे आसपास होती रहती हैं।
तो इन चीज़ों को आप कैसे देखते हो? मुझे हमेशा ही बचपन से ही ये जो हम बोलते हैं जो हायरार्की एक है या भेदभाव जो है, इससे मुझे हमेशा दिक्कत हुई है। चाहे वो औरतों आदमियों में हो, कास्ट में हो, रिलीजन में हो, या फिर इस तरह की चीज़ें कि जानवरों इंसानों में हो, हर तरह की उस तरह के अजीब भेदभाव जो होते हैं, मुझे उससे हमेशा एक इरिटेशन रही है। बल्कि मैं बोलती हूँ जो बॉम्बे जैसा जो शहर है, वहाँ पे थोड़ा मुझे लगता है इक्वालिटी ज़्यादा है, इसीलिए वो शहर मुझे ज़्यादा पसंद है। वहाँ पे लोग मिलजुल के ज़्यादा काम करते हैं। लेकिन अब मेरे ख्याल से वो, मैं उम्मीद करती हूँ हमेशा कि ये बदल रहा है सोसाइटी। जहाँ पे भी आप कोई चीज़ दर्शा दें, जैसे इस फिल्म में भी नंदिता हमेशा बोलती है कि ये मैं एक बस मिरर दिखा रही हूँ। वो आप जो देखिए, आपको जो लगे उसमें, या आपको अपनी इमेज देख के बुरा लगे या सोच ऐसा लगे कि आपको कुछ सोच के कुछ अलग करना चाहिए, वो आप पे है। तो हम सबको अपने लिए सोचना है कि जो व्यवहार हम किसी और के साथ करें, वो अपने साथ वुड बी एबल टू हैंडल इट अगर कोई हमारे साथ वैसा व्यवहार करे। तो एक, आई थिंक एक सेंस ऑफ बेसिक एम्पैथी और इक्वालिटी होनी चाहिए। मैंने तो बहुत बार ऐसे, और सबसे बुरी चीज़ मुझे ये लगती है कि लिफ्ट में भी आप देखो, जब आप बोलते हैं ना अलग अलग लिफ्ट, आपको चौकीदारी आपको बोल रहे हैं कि नहीं वो लिफ्ट अब मत लीजिए, वो सर्विस लिफ्ट है। मैंने कहा क्यों आपने ऐसे फ़र्क किया है? वो बोल रहे हैं हमने थोड़ी किया है फ़र्क, लेकिन लगाया आपने किसी और को बोलने के लिए कि ये लिफ्ट नहीं इस्तेमाल कर सकते, आपको दूसरे वाले लिफ्ट में जाना चाहिए जिसमें मालकिन मालिक सब जाते हैं। तो ये मुझे हमेशा इस चीज़ से बहुत चिढ़ मची है। तो आई होप कि हम लोग आगे बढ़ के, यही मैं उम्मीद करती हूँ कि कम्युनिटी के हिसाब से हम जी सकें। ਰਾਈਟ, ਵੈਰੀ ਬਿਊਟੀਫੁਲ ਕਨਸੈਪਟ। ਸੋ ਕਪਿਲ, ਜਿਵੇਂ ਤੁਸੀਂ ਅਕਸਰ ਗੱਲਾਂ ਕਰਦੇ ਵੀ ਤੁਸੀਂ ਕਰਦੇ ਹੁੰਦੇ ਹੋ ਆਪਣੇ ਬਚਪਨ ਦੀਆਂ, ਕਿ ਤੁਸੀਂ ਬਹੁਤ ਸਟਰਗਲ ਕੀਤਾ ਹੈ। ਇੱਕ ਪਰਫੈਕਟ ਐਗਜ਼ਾਮਪਲ ਹੈ ਫਰਮ ਫਰਸ਼ ਟੂ ਅਰਸ਼, ਕਪਿਲ ਸ਼ਰਮਾ, ਹੈ ਨਾ। ਤੁਸੀਂ ਸਟਰਗਲ ਲਾਈਫ ਦੇਖੀ ਹੈ ਬਹੁਤ ਜ਼ਿਆਦਾ। ਸੋ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ, ਜਾਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੋ ਜਿਨ੍ਹਾਂ ਦੀ ਬਹੁਤ ਜ਼ਿਆਦਾ ਉਮੀਦਾਂ ਹੁੰਦੀਆਂ ਕਿ ਅਸੀਂ ਵੀ ਕੁਝ ਕਰਕੇ ਦਿਖਾਣਾ ਹੈ, ਜੋ ਮਤਲਬ ਛੋਟੀ ਛੋਟੀ ਜੌਬਸ ਤੋਂ ਸ਼ੁਰੂ ਹੁੰਦੇ ਹੈ, ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਨੂੰ ਇਦਾਂ ਲੱਗਦਾ ਕਿ ਮੈਂ ਅਗਰ ਜੇ ਕਹਾਂ ਕਿ ਮੈਂ ਲਾਈਫ 'ਚ ਸਟਰਗਲ ਕੀਤਾ ਆ, ਸਾਰੇ ਕਰਦੇ ਨੇ ਆਈ ਥਿੰਕ। ਔਰ ਮੈਂ ਨਾ ਹੁਣ ਪਿੱਛੇ ਜਿਹੀ ਦੀ ਗੱਲ, ਜਦੋਂ ਪਿਛਲੀ ਵਾਰੀ ਪੰਜਾਬ ਆਇਆ ਨਾ, ਤੇ ਸੜਕ ਕਿਨਾਰੇ ਇੱਕ ਲੇਡੀ ਸੀਗੀ, ਹੋਣੀ ਹੈ ਕੋਈ 50 ਕੁ ਸਾਲ ਦੀ ਲੇਡੀ ਹੋਣੀ ਹੈ, ਔਰ ਗੰਨੇ ਦਾ ਜੂਸ ਕੱਢ ਰਹੀ ਸੀਗੀ ਉਹ। ਤੇ ਮੈਂ ਦੇਖਿਆ ਤੇ ਉਹਦਾ ਨਿੱਕਾ ਬੱਚਾ ਸੀਗਾ, ਇੱਕ ਨਿੱਕਾ ਮਤਲਬ 6 7 8 ਸਾਲ ਦਾ ਹੋਏਗਾ, ਜਿੰਨਾ ਦਾ ਵੀ ਹੋਏਗਾ, ਤੇ ਉਹ ਨਾਲ ਗੰਨੇ ਪਾ ਰਿਹਾ ਸੀ ਮਸ਼ੀਨ 'ਚ। ਮੈਨੂੰ ਇੰਨੇ ਕਿਊਟ ਲੱਗੇ ਨਾ, ਮਾਂ ਪੁੱਤ ਦੋਵੇਂ ਜੂਸ ਕੱਢਦੇ ਪਏ। ਤੇ ਮੈਂ ਉੱਥੇ ਰੁਕ ਕੇ, ਉਹਨਾਂ ਨੇ ਪਛਾਣੇ ਵੀ ਨਹੀਂ, ਮੇਰੇ ਟੀਵੀ ਵੀ ਨਹੀਂ ਵੇਖਦੇ ਹੋਣੇ, ਹੈ ਨਾ। ਅਤੇ ਮੈਨੂੰ ਮਜ਼ਾ ਬੜਾ ਆਇਆ ਵੈਸੇ ਦੇਖ ਕੇ ਉਹਨਾਂ ਨੂੰ। ਮੈਂ ਕਿਹਾ ਯਾਰ, ਅਤੇ ਮੈਂ ਬੜੀ ਵਾਰੀ ਦੇਖਦਾ ਕਈ ਬਜ਼ੁਰਗ ਸਾਡੇ, ਸਪੈਸ਼ਲੀ ਇਹ ਛੋਟੇ ਸ਼ਹਿਰਾਂ ਦੇ ਵਿੱਚ ਹੱਥ ਰਕਸ਼ਾ ਜਿਹੜਾ ਚਲਾਉਂਦੇ ਆ, ਕਈ ਮੈਂ ਦੇਖਦਾ ਵਾਂ ਚਿੱਟੀ ਦਾੜੀ ਵਾਲੇ, ਜਿਨ੍ਹਾਂ ਨੂੰ ਸ਼ਾਇਦ ਲੱਗਦਾ ਕਿ ਯਾਰ ਇੱਕ ਨੌਕਰੀ, ਸਰਕਾਰੀ ਨੌਕਰੀ 'ਤੇ ਹੁੰਦੇ, ਅਤੇ ਸ਼ਾਇਦ ਰਿਟਾਇਰਮੈਂਟ ਦੀ ਉਮਰ ਹੋਣੀ ਸੀਗੀ। ਸੋ ਮੇਰਾ ਦਿਲ ਵੀ ਬੜਾ ਦੁਖਦਾ, ਪਰ ਕੀ ਕਰ ਸਕਦੇ ਅਸੀਂ ਨਾ। ਪਰ ਹਾਂ, ਇੱਕ ਰਿਸਪੈਕਟ ਆਉਂਦੀ ਕਿ ਯਾਰ ਬੰਦਾ ਆਪਣੇ ਲਈ ਜਾਂ ਆਪਣੇ ਪਰਿਵਾਰ ਲਈ ਕੁਛ ਕਰ ਰਿਹਾ। ਸੋ ਜਿਹੜੇ ਕੁਛ ਵੀ ਜੋ ਵੀ ਕਰਨਾ ਚਾਹੁੰਦੇ ਨੇ, ਆਈ ਥਿੰਕ ਆਪਣੀ ਇਮਾਨਦਾਰੀ ਨਾਲ, ਮਿਹਨਤ ਨਾਲ ਤੁਸੀਂ ਲੱਗੇ ਰਹੋ। ਤੁਸੀਂ ਦੁਨੀਆ ਨੂੰ ਲੱਖ ਝੂਠ ਬੋਲੋ, ਅਸੀਂ ਕਦੀ ਕਦੀ ਰੱਬ ਦੇ ਅੱਗੇ ਵੀ ਝੂਠ ਬੋਲ ਜਾਂਦੇ ਹਾਂ ਕਿ ਰੱਬਾ ਮੈਂ ਇੱਦਾਂ ਹੋ ਜਾਊਂਗਾ ਅਤੇ ਇੱਦਾਂ ਕਰ ਦੂੰਗਾ। ਤੇ ਜੇ ਤੁਸੀਂ ਆਪਣੇ ਆਪ ਨਾਲ ਮਾਰੋ, ਦਿਲ ਨੂੰ ਲੱਗੇ ਰਹੋ, ਤਾਂ ਫਿਰ ਅਸੀਂ ਟ੍ਰੇਲਰ 'ਚ ਵੀ ਦੇਖਿਆ, ਬੱਚਾ ਕਹਿ ਰਿਹਾ ਕੋਈ ਔਰ ਜੌਬ ਕਰ ਲਓ, ਆਪ ਤੁਹਾਨੂੰ ਕਹਿ ਰਿਹਾ, ਹੈ ਨਾ। ਤਾਂ ਤੁਹਾਨੂੰ ਕੋਈ ਮੈਮਰੀ ਯਾਦ ਆ ਆਪਣੇ ਬਚਪਨ ਦੀ, ਤੁਹਾਡੇ ਪੇਰੈਂਟਸ ਨਾਲ ਉਦੋਂ ਇੱਦਾਂ ਦੀ ਕੋਈ ਗੱਲ ਹੋਈ ਹੋਵੇ, ਜਾਂ ਕੋਈ ਰਿਵਾਈਵ ਹੋਈ ਹੋਵੇ ਮੈਮਰੀ ਸ਼ੂਟ ਦੇ ਦੌਰਾਨ? ਮੇਰੇ ਫਾਦਰ ਪੁਲਿਸ ਸੀਗੇ, ਅਤੇ ਮੈਂ ਤੇ ਮੇਰੀ ਲਾਈਫ ਦੇ ਵਿੱਚ ਮੇਰੇ ਫਾਦਰ ਦਾ ਜੋ ਇੰਪੈਕਟ ਆ, ਜਾਂ ਉਹਨਾਂ ਦੀ ਜੌਬ ਦਾ ਜੋ ਇੰਪੈਕਟ ਆ, ਉਹ ਇਹ ਆ ਕਿ ਪੁਲਿਸ ਦੇ ਵਿੱਚ ਕਦੀ ਵੀ ਓਫੀਸ਼ੀਅਲ ਛੁੱਟੀ ਨਹੀਂ ਹੁੰਦੀ ਵੀ। ਅਤੇ ਮੈਂ ਮੇਰੇ ਡੈਡੀ ਨੂੰ ਕਦੀ ਸੰਡੇ ਨਹੀਂ ਵੇਖਿਆ ਵੀ ਘਰ ਬੈਠੇ ਹੋਣ, ਜਾਂ ਹੈ ਨਾ। ਅਤੇ ਜਾਂ ਫਿਰ ਕਦੀ ਕਿਤੇ ਅਸੀਂ ਫੈਮਿਲੀ ਡਿਨਰ 'ਤੇ ਗਏ ਹੋਈਏ, ਕੋਈ ਇੱਦਾਂ ਦਾ। ਜਦੋਂ ਮੈਂ ਆਪਣੀ ਵਾਈਫ ਨੂੰ ਉਹਨਾਂ ਮਿਲਿਆ, ਤਾਂ ਉਹਨੇ ਮੈਨੂੰ ਪੁੱਛਿਆ ਵੀ ਤੁਸੀਂ ਫੈਮਿਲੀ ਡਿਨਰ 'ਤੇ ਨਹੀਂ ਆਉਂਦੇ? ਮੈਂ ਕਿਹਾ ਉਹ ਕੀ ਹੁੰਦਾ, ਘਰ ਬਣਿਆ ਤਾਂ ਹੋਇਆ ਵਾ। ਤਾਂ ਇੱਕ, ਹੈ ਨਾ। ਸੋ ਮੈਂ ਮੇਰੇ ਫਾਦਰ ਕੋਲ ਇੱਕੋ ਹੀ ਚੀਜ਼ ਸਿੱਖੀ ਆ, ਕੰਮ ਕਰਦੇ ਰਹੋ, ਮਿਹਨਤ ਕਰਦੇ ਰਹੋ। ਸੋ ਅਸੀਂ ਬੜੇ ਬਲੈਸਡ ਹਾਂ ਕਿ ਅਸੀਂ ਜੋ ਕੰਮ ਕਰ ਰਹੇ ਹਾਂ ਉਹ ਸਾਡਾ ਸ਼ੌਕ ਵੀ ਹੈ। ਇਸ ਤੋਂ ਜ਼ਿਆਦਾ ਵੱਡੀ ਬਲੈਸਿੰਗ ਆਈ ਥਿੰਕ ਰੱਬ ਕੀ ਹੋ ਸਕਦੀ ਹੈ, ਕਿ ਜੋ ਤੁਹਾਨੂੰ ਚੰਗਾ लगता है वही ਤੁਹਾਡੀ रोजी रोटी भी हो जाए। राइट। सो नंदिता जी, आप ये बताइए कि सीरियस रोल करते करते इन्होंने हंसाया कितनी बारी है? आप मानेंगे नहीं कि मैं भी हंस पाती हूँ वैसे, और हंसा भी सकती हूँ। ये थोड़ा ऐसे शॉकिंग लगता है जी। ਇਹਨਾਂ ਦਾ ਹਾਸੇ ਵਾਲਾ ਆਰਗਨ ਠੀਕ ਹੈਗਾ, कि ये सीरियस हो सकते हैं और मैं हंस सकती हूँ। ये सब मतलब एक तरह से लगता है बड़ी दो दुनिया अलग लोग आए हैं, पर हम वैसे नॉर्मल टाइप ही हैं। हम दोनों में दोनों चीज़ें हैं। हम तीनों ने बहुत हंसा भी है, सीरियस बातें भी की है। तो ऐसा कुछ
अलग नहीं लगा। ऐसे होता था कभी सीरियस रोल चल रहा और इन्होंने हंसा दिया आगे से? एक आध बार शायद, एक बार कुछ वो हो जाता है ना कि एक सीन करते करते शायद एक पॉइंट पे अटक रहे हैं। एक बार हुआ था कुछ घर वाले सीन में, हाँ हम हंस रहे थे किसी एक पॉइंट पे, एक बार लाफिंग फिट एक बार हो गया या जब आपको पता ना कि आपने नहीं हंसना है, हाँ, और वो फिर नहीं रुकता पता और है? फिर वो नंदिता के साथ भी होता है, मेरे साथ तो बहुत होता है, मतलब हंसी आ जाए फिर वो मतलब रोकना मुश्किल हो जाता है। हाँ, कुछ वो गलत बोलने वाला। हमारे बिहाइंड द सीन्स के वीडियो में एक है हाँ कि इन्होंने बहुत सीरियसली एक डायलॉग बोला और बिल्कुल गलत बोला है। और खुद ही कह रहे हैं उसके बाद सीरियस फेस में कह रहे हैं हालांकि ये डायलॉग मैंने गलत बोला है। और फिर हम सबको 2 मिनट लगे समझने में कि अच्छा ये तो डायलॉग नहीं था शायद। फिर हम सब हंस पड़े। ਸੋ ਟਾਈਮ ਇਜ਼ ਲੈਸ। ਕਪਿਲ ਲਾਸਟ ਕੁਐਸਚਨ, ਡਿਲੀਵਰੀ ਕਰ ਰਹੇ ਹੋ, ਖਾਣਾ ਪੀਣਾ ਤੁਹਾਡੇ ਕੋਲ ਹੈ, ਉੱਤੋਂ ਪੰਜਾਬੀ, ਭੁੱਖ ਕਿੰਨੀ ਵਾਰੀ ਲੱਗੀ? ਮੈਂ ਸੀਰੀਅਸਲੀ ਦੱਸਾਂ, ਮੈਂ ਭੁਵਨੇਸ਼ਵਰ ਜਦੋਂ ਰਹੇ ਅਸੀਂ 1 ਮਹੀਨਾ, ਤਾਂ ਉੱਥੋਂ ਦਾ ਲੋਕਲ ਫੂਡ ਮੈਂ ਖਾਦਾ। ਸੋ ਭੁੱਖ ਤੇ ਲੱਗਦੀ ਹੁੰਦੀ ਆਬਵੀਅਸਲੀ ਜਦੋਂ ਤੁਸੀਂ ਸਵੇਰ ਦੇ ਉੱਠੇ ਹੋ, ਤੇ ਭੈਣ ਜੀ ਉਹਨੇ ਬੁਲਾ ਵੀ ਸਵੇਰੇ 6 ਵਜੇ ਲੈਂਦੇ ਸੀਗੇ ਸੈੱਟ ਤੇ ਇਹ ਸ਼ੋ ਥੋੜੀ ਹੈ ਕੋਈ ਟੀਵੀ ਸ਼ੋ ਜੋ ਤੇ ਭੁੱਖ ਬੜੀ ਲੱਗਦੀ ਹੁੰਦੀ ਸੀਗੀ ਕਿਉਂਕਿ ਤੁਸੀਂ ਗਰਮੀ ਦੇ ਵਿੱਚ ਜਦੋਂ ਕੰਮ ਕਰੋ। ਤੇ ਪਰ ਹਾਂ ਮਜ਼ਾ ਆਇਆ ਬੜਾ ਕੰਮ ਕਰਕੇ, ਕਿਉਂਕਿ ਨੰਦਿਤਾ ਮੈਮ ਖੁਦ ਉੜੀਸਾ ਤੋਂ ਨੇ, ਭੁਵਨੇਸ਼ਵਰ ਤੋਂ ਹੀ ਨੇ, ਔਰ ਮਜ਼ਾ ਆਉਂਦਾ ਹੈ। ਅਲੱਗ ਜਗ੍ਹਾ ਤੇ ਜਾ ਰਹੇ ਹੋ, ਇੱਕ ਨਵੀਂ ਸਟੋਰੀ ਹੈ, ਯੂ ਨੋ, ਉਸ ਕਰੈਕਟਰ ਦੇ ਕੱਪੜੇ ਪਾ ਕੇ ਮੈਂ ਮਹੀਨਾ ਇਹੀ ਕੱਪੜਿਆਂ ਦੇ ਵਿੱਚ ਰਿਹਾ। ਮੈਂ ਹੋਟਲ ਚੋਂ ਘਰੋਂ ਨਿਕਲਦਾ ਹੀ ਇਸ ਤਰ੍ਹਾਂ ਸੀਗਾ ਤੇ ਮੈਂ ਕੁਝ ਯਾਦ ਨਹੀਂ। ਮੈਨੇ ਇੱਕ ਵਾਰ ਸ਼ਾਇਦ ਅਸੀਂ ਚੀਫ ਮਿਨਿਸਟਰ ਸਾਹਿਬ ਨੂੰ ਮਿਲਣ ਗਏ ਸੀ, ਉਸ ਦਿਨ ਮੈਂ ਵਾਈਟ ਸ਼ਰਟ, ਉਹ ਵੀ ਮੇਰੇ ਕੋਲ ਨਹੀਂ ਸੀ ਹੈਗੀ, ਇਹਨਾਂ ਨੇ ਮੈਨੂੰ ਲੈ ਕੇ ਦਿੱਤੀ। ਤੇ ਮੈਂ ਕਿਹਾ ਮੈਮ ਤੁਸੀਂ ਜਾ ਰਹੇ ਹੋ ਸ਼ਾਪਿੰਗ ਕਰਨ ਗਏ ਸੀਗੇ, ਤੇ ਮੈਂ ਕਿਹਾ ਕਮੀਜ਼ ਲੈ ਲਓ ਯਾਰ, ਮੈਂ ਤੇ ਕੱਪੜੇ ਨਹੀਂ ਮਤਲਬ ਲੈ ਕੇ ਆਇਆ ਸੀਗਾ, ਮੈਨੂੰ ਸੀਗਾ ਮੈਂ ਕਾਸਟਿਊਮ 'ਚ ਰਹਿਣਾ। ਪਰ ਉਹ 30 ਦਿਨ ਉਹ ਜੀਏ ਅਸੀਂ, ਮੈਂ ਬੜਾ ਬਾਈਕ ਚਲਾਇਆ। ਸੋ ਉਹ ਛੋਟੀਆਂ ਛੋਟੀਆਂ ਚੀਜ਼ਾਂ ਫੀਲ ਕੀਤੀਆਂ। ਸੋ ਬੜੀ ਦਿਲੋਂ ਫਿਲਮ ਬਣਾਈ ਹੈ। ਸੋ ਉਮੀਦ ਹੈ ਕਿ ਲੋਕ ਇਹੋ ਜਿਹੇ ਸਿਨੇਮੇ ਨੂੰ ਐਪਰੀਸ਼ੀਏਟ ਕਰਨਗੇ, ਔਰ ਟੱਚਵੁੱਡ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ, ਸ਼ੁਕਰ ਹੈ ਰੱਬ ਦਾ ਥੱਲੇ। ਮਤਲਬ ਟ੍ਰੇਲਰ ਤੋਂ ਬਾਅਦ ਇੰਟਰਨੈਸ਼ਨਲੀ ਵੀ ਅਸੀਂ ਗਏ, ਟੋਰਾਂਟੋ, ਬੁਸਾਨ ਗਏ, ਸਾਊਥ ਕੋਰੀਆ ਦੇ ਲੋਕਾਂ ਨੂੰ ਕੋਈ ਪਤਾ ਨਹੀਂ ਸਾਡਾ ਅਸੀਂ ਤਿੰਨੋਂ ਕੌਣ। ਮੈਮ ਨੂੰ ਤਾਂ ਫਿਰ ਵੀ ਜਾਣਦੇ ਕਿਉਂਕਿ ਇਹ ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਜਾਂਦੇ ਰਹਿੰਦੇ ਨੇ। ਸੋ ਪਰ ਲੋਕੀ ਟੱਚ ਸੀਗੇ, ਯੂ ਨੋ, ਕਨੈਕਟ ਕਰਦੇ ਆ। ਭਾਵੇਂ ਹਾਈ ਕਲਾਸ ਹੈ, ਮਿਡਲ ਕਲਾਸ ਹੈ, ਸਾਰੇ ਕੋਈ ਵੀ ਕਲਾਸ ਅਵੇਲ ਕਰ ਰਹੇ ਆ। ਜਿਹੜਾ ਵੀ ਇਮੋਸ਼ਨ ਹੈ, ਰੀਅਲ ਹੈ। ਸੋ ਅਸੀਂ ਵੀ ਉਮੀਦ ਕਰਦੇ ਹਾਂ ਕਿ ਫਿਲਮ ਸੁਪਰ ਡੂਪਰ ਹਿੱਟ ਜਾਵੇ ਔਰ ਤੁਹਾਨੂੰ ਬਹੁਤ ਸਾਰੇ ਬੈਸਟ ਵਿਸ਼ੇਸ ਔਰ ਬਹੁਤ ਸੋਹਣੇ ਸੋਹਣੇ ਮੈਸੇजेस ਤੇ ਕਾਲਸ ਆਣ ਉਸ 17 ਮਾਰਚ ਨੂੰ। ਸੋ ਥੈਂਕ ਯੂ ਸੋ ਮਚ ਫॉर ਜੁਆਇਨਿੰਗ ਵਿਦ ਅਸ। ਥੈਂਕ ਯੂ ਸੋ ਮਚ।